We're going to start next unit, that is laws of motion, right? So first question is define Newton's law of motion, and we know that the concept of motion is given by Newton, which is the name of the scientist, as we know. So these are the following laws of motion. So first law is everybody continues to be in its state of rest or uniform motion along a straight line unless compelled by some external force to act otherwise. This law is also known as law of inertia. Now what it means, ਅਕੋਰਡਿੰਗ ਟੂ ਫਸਟ ਲਾਅ ਆਪਾਂ ਕਹਿੰਦੇ ਹਾਂ ਕੋਈ ਵੀ ਬੋਡੀ ਜਾਂ ਕੋਈ ਵੀ ਚੀਜ਼ ਤਦ ਤੱਕ ਹਿੱਲ ਨਹੀਂ ਸਕਦੀ, ਆਪਣੀ ਪੋਜੀਸ਼ਨ ਨੂੰ ਚੇਂਜ ਨਹੀਂ ਕਰ ਸਕਦੀ ਇੱਕ ਸਟ੍ਰੇਟ ਲਾਈਨ ਦੇ ਵਿੱਚ ਜਦ ਤੱਕ ਅਸੀਂ ਬਾਹਰੋਂ ਕੋਈ ਐਕਸਟਰਨਲ ਫੋਰਸ ਜਿਹੜੀ ਆ ਉਹ ਅਪਲਾਈ ਨਹੀਂ ਕਰਦੇ। ਠੀਕ ਹੈ ਜੀ, ਇਹ ਹੋ ਗਿਆ ਨਿਊਟਨਸ ਫਸਟ ਲਾਅ। ਨਿਊਟਨ ਸੈਕਿੰਡ ਲਾਅ ਹੁੰਦਾ ਦ ਰੇਟ ਆਫ ਚੇਂਜ ਆਫ ਮੋਮੈਂਟਮ। ਨਾਓ what is the meaning of momentum? We know that momentum is product of mass and velocity. So the rate of change of momentum of a body is directly proportional to applied force and takes place in direction of applied field. What it means, force is directly proportional to change in momentum with respect to time. We denoted momentum by p, that's why I'm writing p vector over here. As we know, momentum is a vector quantity, right? And force is also vector quantity, that's why we write vectors notation over there, right? In case of third law, according to Newton's, there is always an equal and opposite reaction. What it means, action and reaction pairs are always equal and opposite. This is Newton's third law. Now what is the meaning of this? ਇਕੁਅਲ ਐਂਡ ਓਪੋਜ਼ਿਟ ਰਿਐਕਸ਼ਨ, ਅਗਰ ਅਸੀਂ ਕਿਸੇ ਬੋਲ ਨੂੰ ਥਰੋ ਕਰਦੇ ਹਾਂ ਨੀਚੇ ਅਤੇ ਉਨੀ ਫੋਰਸ ਦੇ ਨਾਲ ਬੋਲ ਜਿਹੜੀ ਆ ਉਹ ਵਾਪਸ ਸਾਡੇ ਤੱਕ ਪਹੁੰਚੂਗੀ ਓਪੋਜ਼ਿਟ ਡਾਇਰੈਕਸ਼ਨ 'ਚ। ਉਹਦਾ ਕੀ ਮਤਲਬ ਹੋਇਆ ਕਿ ਐਕਸ਼ਨ ਜਿਹੜਾ ਵਾ ਆਲਵੇਜ਼ ਇਕੁਅਲ ਅਤੇ ਓਪੋਜ਼ਿਟ ਰਿਐਕਟ ਕਰੂਗਾ। ਠੀਕ ਹੈ, ਇਹ ਹੋ ਗਿਆ ਨਿਊਟਨ ਦਾ ਥਰਡ ਲਾ। ਇਸ ਚੈਪਟਰ ਦੇ ਵਿੱਚ ਇੰਪੋਰਟੈਂਟ ਯੂਨਿਟ ਆ, ਧਿਆਨ ਨਾਲ ਕਰਿਓ ਪਲੀਜ਼ ਸਾਰੇ। ਇਸੇ 'ਚ ਆਪਣੇ ਕੋਲ ਨੈਕਸਟ ਇੱਕ ਆਉਂਦਾ ਵਾ टाइप ऑफ इनर्शिया, ਜਾਂ ਫਿਰ ਜਿਹਨੂੰ ਕਹਿੰਦੇ ਮੂਵਮੈਂਟ ਆਫ ਇਨਰਸ਼ੀਆ, ਜਾਂ ਵਟ ਡੂ ਯੂ ਮੀਨ ਬਾਈ ਇਨਰਸ਼ੀਆ। ਉਹ ਇੱਕ ਪ੍ਰੋਪਰਟੀ, ਦੀ ਪ੍ਰੋਪਰਟੀ ਆਫ ਬੋਡੀ ਬਾਈ ਵਰਚੂ ਆਫ ਵਿਚ ਇਟ ਕਾਂਟ ਚੇਂਜ ਇਟਸ ਸਟੇਟ ਆਫ ਰੈਸਟ ਔਰ ਯੂਨੀਫਾਰਮ ਮੋਸ਼ਨ ਆਫ ਏ ਬੋਡੀ ਇਨ ਸਟ੍ਰੇਟ ਲਾਈਨ ਬਾਈ ਇਟ ਸੈਲਫ ਇਜ਼ ਕਾਲਡ ਇਨਰਸ਼ੀਆ। ਇਨਰਸ਼ੀਆ ਦਾ ਮਤਲਬ ਕੀ ਹੁੰਦਾ ਕਿ ਕੋਈ ਵੀ ਬੋਡੀ ਆਪਣੀ ਸਟੇਟ ਨੂੰ ਚੇਂਜ ਨਹੀਂ ਕਰੂਗੀ, ਮਤਲਬ ਜੇ ਉਹ ਰੈਸਟ 'ਤੇ ਆ ਜਾਂ ਮੋਸ਼ਨ 'ਤੇ ਆ, ਉਹ ਆਪਣੀ ਚੇਂਜ ਨੂੰ ਬੋਡੀ ਦੀ ਜਿਹੜੀ ਹੈਗੀ ਹੈ ਡਾਇਰੈਕਸ਼ਨ ਉਹਨੂੰ ਕਦੇ ਵੀ ਚੇਂਜ ਨਹੀਂ ਕਰੂਗੀ, ਸਟੇਟ ਨੂੰ ਕਦੇ ਵੀ ਚੇਂਜ ਨਹੀਂ ਕਰੂਗੀ। ਠੀਕ ਹੈ ਜੀ, ਔਰ ਇੱਕ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰੂਗੀ, ਉਹਨੂੰ ਕਹਿੰਦੇ ਇਨਰਸ਼ੀਆ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇਨਰਸ਼ੀਆ ਹੁੰਦਾ ਕੀ ਆ, ਇਨਐਬਿਲਿਟੀ ਹੁੰਦੀ ਕਿਸੇ ਚੀਜ਼ ਨੂੰ ਅਚੀਵ ਕਰਨ ਦੇ ਲਈ ਜੋ ਕੀਤਾ ਜਾਵੇ। ਇਨਐਬਿਲਿਟੀ ਆਫ ਬੋਡੀ ਟੂ ਚੇਂਜ ਇਟਸ ਸਟੇਟ ਆਫ ਰੈਸਟ ਬਾਈ ਇਟ ਸੈਲਫ, ਕਿ ਮਤਲਬ ਉਹਦੇ ਕੋਲ ਇੰਨੀ ਐਬਿਲਿਟੀ ਨਹੀਂ ਹੁੰਦੀ ਕਿ ਉਹ ਆਪਣੀ ਸਟੇਟ ਜਿਹੜੀ ਆ ਜਦੋਂ ਕਿ ਉਹ ਰੈਸਟ ਦੇ ਵਿੱਚ ਉਹਨੂੰ ਚੇਂਜ ਕਰ ਸਕੇ ਆਪਣੇ ਆਪ, ਆਪਣੇ ਦੁਆਰਾ, ਉਹਨੂੰ ਕਹਿੰਦੇ ਆ inertia. ठीक है जी, next we have some types of inertia. For example, we consider first example of inertia. Now you clear what is the meaning of inertia with the help of example. So here it is, when a horse or bus or train suddenly starts moving, the rider or passenger tends to fall backward. ਕਹਿੰਦੇ ਇਨਰਸ਼ੀਆ ਨੂੰ ਜੇ ਸਮਝਣਾ ਹੋਵੇ, ਇੱਕ ਐਗਜ਼ਾਮਪਲ ਦਿੱਤੀ ਹੈ ਕਿ ਅਚਾਨਕ ਬੱਸ ਜਿਹੜੀ ਉਹ ਚੱਲਣੀ ਸਟਾਰਟ ਹੋ ਜੇ ਅਤੇ ਜਿਹੜਾ ਸਵਾਰੀਆਂ ਨੇ, ਪੈਸੰਜਰਸ ਨੇ, ਉਹ ਬੈਕਵਰਡ ਨੂੰ ਮੂਵ ਹੁੰਦੇ ਆ, ਪਿਛਲੀ ਸਾਈਡ ਨੂੰ ਮੂਵ ਹੋ ਜਾਂਦੇ ਆ। ਠੀਕ ਆ, ਇੱਕ ਆਦੀ ਇੱਕ ਐਗਜ਼ਾਮਪਲ ਹੋ ਗਈ ਇਨਰਸ਼ੀਆ ਦੀ। ਇੱਕ ਹੋਰ ਐਗਜ਼ਾਮਪਲ ਸਾਡੇ ਕੋਲ ਦਿੱਤੀ ਗਈ ਹੈ ਕਿ ਵੈਨ ਏ ਬੁਲਟ ਇਜ਼ ਫਾਇਰਡ ਔਨ ਅ ਵਿੰਡੋ ਪੇਨ ਇਟ ਮੇਕਸ ਅ ਕਲੀਨ ਹੋਲ। ਇਹਦਾ ਕੀ ਮਤਲਬ ਆ ਕਿ ਜਦੋਂ ਆਪਾਂ ਫਾਇਰ ਕਰਦੇ ਹਾਂ, ਠੀਕ ਹੈ, ਗੋਲੀ ਚੱਲਦੀ ਹੈ ਕਿਸੇ ਵਿੰਡੋ ਪੇਨ ਦੇ ਵਿੱਚ, ਤਾਂ ਇੱਕ ਹੋਲ ਕ੍ਰੀਏਟ ਕਰ ਦਿੰਦੀ ਆ ਉੱਥੇ। ਠੀਕ ਹੈ ਜੀ, ਇਹ ਵੀ ਕਾਹਦੀ ਐਗਜ਼ਾਮਪਲ ਹੈ, ਇਨਰਸ਼ੀਆ ਦੀ। ਇੱਕ ਐਗਜ਼ਾਮਪਲ ਸਾਨੂੰ ਦਿੱਤੀ ਆ ਕਿ ਬ੍ਰਾਂਚਿਸ ਆਫ ਐਨ ਐਪਲ ਟਰੀਜ਼ ਆਰ ਸ਼ੇਕਨ, ਦੀ ਐਪਲਸ ਫਾਲ ਡਾਊਨ। ਵਾਈ? ਬਿਕਾਜ਼ ਵੇਅਰ ਐਜ਼ ਦੀ ਐਪਲਸ ਟੈਂਡਸ ਟੂ ਰਿਮੇਨ ਐਟ ਰੈਸਟ ਡਿਊ ਟੂ ਇਨਰਸ਼ੀਆ ਆਫ ਰੈਸਟ, ਹੈਂਸ apples get separated from the branches and fall down under the action of gravity. ਕਹਿੰਦੇ ਆ ਕਿ ਜੇਕਰ ਟਰੀ ਦੇ ਉੱਪਰੋਂ ਐਪਲ ਜਿਹੜੇ ਆ ਉਹ ਨੀਚੇ ਗਿਰ ਜਾਂਦੇ ਆ ਅਤੇ ਗ੍ਰੈਵਿਟੀ ਅਟਰੈਕਟ ਕਰਦੀ ਆ ਉਹਨਾਂ ਨੂੰ, ਦੈਟਸ ਵਾਈ ਉਹ ਨੀਚੇ ਗਿਰਦੇ ਆ, ਉਹ ਆਪਣੀ ਜੋ ਟਹਿਣੀਆਂ ਬ੍ਰਾਂਚ ਉਹਨਾਂ ਨਾਲੋਂ ਅਲੱਗ ਹੋ ਜਾਂਦੀ ਆ। ਠੀਕ ਆ, ਇਹ ਵੀ ਕਾਹਦੀ ਇੱਕ ਐਗਜ਼ਾਮਪਲ ਆ, ਇਨਰਸ਼ੀਆ ਦੀ। ਪੇਪਰ 'ਚ ਕੁਐਸਚਨ ਹੁੰਦਾ
ਡਿਫਾਈਨ ਕਰੋ ਇਨਰਸ਼ੀਆ ਵਿਦ ਦੀ ਹੈਲਪ ਆਫ ਐਗਜ਼ਾਮਪਲਸ, ਜਾਂ ਫਿਰ ਇਨਰਸ਼ੀਆ ਨੂੰ ਡਿਫਾਈਨ ਕਰੋ ਉਹਦੀਆਂ ਟਾਈਪਸ ਦੇ ਨਾਲ। ਠੀਕ ਹੈ ਜੀ, ਅਸੀਂ 2 ਕੁਐਸਚਨ ਕੀਤੇ ਨੇ ਜਸਟ, ਬੇਸਿਕ ਆਫ ਨਿਊਟਨਸ 3 ਲਾਜ਼ ਐਂਡ ਦ ਟਰਮ ਇਜ਼ ਇਨਰਸ਼ੀਆ। ਹੋਪ ਸੋ ਕਲੀਅਰ ਟੂ ਆਲ। ਥੈਂਕ ਯੂ।